अस्सलामुअलैकुम जी, सब ਦਾ ਵਾਮ ਵੈਲਕਮ ਸਾਡੇ ਚੈਨਲ ਤੇ। ਅੱਜ ਅਸੀਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਕਿ ਜਿਹੜੇ ਵੀ ਲੋਕ ਸਪੇਨ ਦੇ ਵਿੱਚ ਛੁੱਟੀਆਂ ਤੇ ਆ ਰਹੇ ਨੇ ਜਾਂ ਇੱਥੇ ਪਰਮਾਨੈਂਟ ਰਹਿੰਦੇ ਪਏ ਨੇ, ਕਿਹੜੀਆਂ ਉਹ ਨਾਰਮਲ 10 ਗਲਤੀਆਂ ਕਰਦੇ ਨੇ ਡਰਾਈਵਿੰਗ ਦੇ ਥਰੂ ਜਾਂ ਵੈਸੇ ਟ੍ਰੈਫਿਕ ਦੇ ਉੱਤੇ, ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਬੜੇ ਭਾਰੀ ਜੁਰਮਾਨੇ ਹੋ ਸਕਦੇ ਨੇ ਜਾਂ ਇਸ ਤੋਂ ਇਲਾਵਾ ਉਸ ਦੇ ਸਰਕਮਸਟਾਂਸ ਜਿਹੜੇ ਨੇ ਉਹਨਾਂ ਨੂੰ ਬਰਦਾਸ਼ਤ ਕਰਨੇ ਪੈ ਸਕਦੇ ਨੇ। ਇਸ ਦੇ ਵਿੱਚ ਪਹਿਲੇ ਨੰਬਰ 'ਤੇ ਅਸੀਂ ਸ਼ੁਰੂਆਤ ਕਰਾਂਗੇ ਕਿ ਜਿਹੜੇ ਡਰਾਈਵਰ ਹਜ਼ਰਾਤ ਅਮੂਮਨ ਜਿਹੜਾ ਡਰਾਈਵਰ ਜਿਹੜੇ 10 ਡਰਾਈਵਰਾਂ ਵਿੱਚੋਂ ਉਹ ਮੋਬਾਈਲ ਦਾ ਜਾਂ GPS ਦਾ ਇਸਤੇਮਾਲ ਜ਼ਰੂਰ ਕਰਦੇ ਨੇ, ਖਾਸ ਕਰਕੇ ਜਦੋਂ ਵੀ ਕਿਸੇ ਦੂਸਰੇ ਮੁਲਕ 'ਚ ਛੁੱਟੀਆਂ 'ਤੇ ਜਾਂਦੇ ਨੇ ਅਤੇ ਫਿਰ GPS ਦਾ ਇਸਤੇਮਾਲ ਜ਼ਿਆਦਾ ਹੋ ਜਾਂਦਾ ਹੈ। ਹੁਣ ਸਪੇਨ ਦੀ ਗੌਰਮੈਂਟ ਨੇ ਇਸ ਚੀਜ਼ ਨੂੰ ਖ਼ਤਮ ਕਰਨ ਵਾਸਤੇ ਬਹੁਤ ਹੀ ਸਪੈਸ਼ਲ ਕਾਨੂੰਨ ਬਣਾਇਆ। ਇਹ ਜਿਹੜਾ ਨਵਾਂ ਟ੍ਰੈਫਿਕ ਕਾਨੂੰਨ ਹੈ ਇਹ ਸਪੈਸ਼ਲੀ ਮੋਬਾਈਲਾਂ ਨੂੰ ਟਾਰਗੇਟਡ ਕਰਨ ਵਾਸਤੇ ਬਣਾਇਆ ਔਰ ਉਹਨਾਂ ਵਾਸਤੇ ਬੜੀ ਹੀ ਟਾਈਟਨਿੰਗ ਪੈਨਲਟੀਜ਼ ਰੱਖੀਆਂ ਗਈਆਂ ਨੇ। ਨਾਰਮਲੀ ਤੌਰ 'ਤੇ ਅਗਰ ਕੋਈ ਬੰਦਾ ਮੋਬਾਈਲ ਨੂੰ ਟੱਚ ਵੀ ਕਰਦਾ ਜਾਂ ਮੋਬਾਈਲ ਇਸਤੇਮਾਲ ਕਰਨ ਦਾ ਫੜਿਆ ਜਾਂਦਾ ਹੈ ਤਾਂ ਉਹਦੇ ਵਾਸਤੇ 200 ਯੂਰੋ ਜੁਰਮਾਨਾ ਔਰ 6 ਪੁਆਇੰਟ ਜਿਹੜੇ ਨੇ ਉਹਦੇ ਡਰਾਈਵਿੰਗ ਲਾਇਸੈਂਸ 'ਚੋਂ ਕੱਟੇ ਜਾਣਗੇ। ਔਰ ਅਗਰ ਉਸਨੇ ਸਿਰਫ ਮੋਬਾਈਲ ਸਾਈਡ 'ਤੇ ਪਿਆ ਉਹਦੇ 'ਤੇ ਹੱਥ ਰੱਖੇ ਹੈ ਔਰ ਇਸ ਸੂਰਤ ਹਾਲ 'ਚ ਫੜਿਆ ਜਾਂਦਾ ਹੈ ਤੇ ਫਿਰ ਉਹਦੇ 3 ਪੁਆਇੰਟ ਕੱਟੇ ਜਾਣਗੇ 6 ਪੁਆਇੰਟ ਦੀ ਨਿਸਬਤ, ਲੇਕਿਨ ਜੁਰਮਾਨਾ ਸੇਮ ਰਹੇਗਾ। ਤੇ ਦੂਸਰੇ ਨੰਬਰ 'ਤੇ ਫਲਿਪ ਫਲਾਪਸ ਜਾਂ ਸਲਿੱਪਰ ਦਾ ਇਸਤੇਮਾਲ। ਜਦੋਂ ਵੀ ਕੋਈ ਬੰਦਾ ਸਮੁੰਦਰ ਦੀ ਤਰਫ ਜਾ ਰਿਹਾ ਹੈ ਜਾਂ ਫਿਰ ਉਹ ਛੁੱਟੀਆਂ 'ਚ ਜਾ ਰਿਹਾ ਤਾਂ ਉਹ ਜ਼ਿਆਦਾਤਰ ਇਸਤੇਮਾਲ ਕਰਦਾ ਹੈ ਕਿ ਮੈਂ ਸਲਿੱਪਰ ਹੀ ਪਾਵਾਂ ਹੈ। ਔਰ ਜਦੋਂ ਡਰਾਈਵਿੰਗ ਕਰੇਗਾ ਤਾਂ ਉਹਦੀ ਕੋਸ਼ਿਸ਼ ਹੁੰਦੀ ਕਿ ਮੈਂ ਹੁਣ ਕੀ ਬੂਟ ਪਾਵਾਂ, ਫਿਰ ਉੱਥੇ ਜਾ ਕੇ ਸਲਿੱਪਰ ਪਾਵਾਂ ਅਤੇ ਉਹ ਬਿਹਤਰ ਉਹ ਸਲਿੱਪਰ ਪਾ ਕੇ ਹੀ ਡਰਾਈਵਿੰਗ ਕਰਦਾ। ਇਹਦਾ ਹੁਣ ਸਪੇਨ ਰੈਗੂਲੇਸ਼ਨ ਟ੍ਰੈਫਿਕ ਵਿੱਚ ਕੋਈ ਖਾਸ ਕਾਨੂੰਨ ਤਾਂ ਨਹੀਂ ਹੈ ਇਹਦੇ ਉੱਤੇ ਜੁਰਮਾਨੇ ਦਾ, ਲੇਕਿਨ ਇਹ ਡਿਪੈਂਡ ਕਰਦਾ ਉਸ ਟ੍ਰੈਫਿਕ ਵਾਲੇ ਏਜੰਟਸ ਦੇ ਉੱਤੇ ਕਿ ਜਿਸ ਨੇ ਜੁਰਮਾਨਾ ਕਰਨਾ ਉਹ ਤੁਹਾਡੇ ਬਿਹੇਵੀਅਰ ਨੂੰ ਦੇਖੇਗਾ। ਕਿਉਂਕਿ ਨਾਰਮਲੀ ਤੌਰ 'ਤੇ ਜਦੋਂ ਇਨਸਾਨ ਸਲਿੱਪਰ ਪਾਉਂਦਾ ਹੈ ਅਤੇ ਉਹ ਕਿਸੇ ਵੀ ਐਕਸੀਡੈਂਟ ਦੀ ਸੂਰਤ ਜਾਂ ਕਿਸੇ ਵੀ ਮਸਲੇ ਦੀ ਸੂਰਤ ਵਿੱਚ ਉਹਦਾ ਟਾਈਮ ਆਫ ਰਿਐਕਸ਼ਨ ਉਹ ਨਹੀਂ ਹੁੰਦਾ, ਨਾ ਹੀ ਉਸ ਹਿਸਾਬ ਨਾਲ ਉਹ ਪੈਡਲਸ ਨੂੰ ਯੂਜ਼ ਕਰ ਸਕਦਾ। ਫਿਰ ਇਸ ਵਾਸਤੇ ਜਦੋਂ ਵੀ ਅਗਰ ਤੁਸੀਂ ਸਪੇਨ ਸਫ਼ਰ ਕਰ ਰਹੇ ਹੋ ਅਤੇ ਕੋਸ਼ਿਸ਼ ਕਰੋ ਕਿ ਸਲਿੱਪਰ ਨਾ ਪਾਓ, ਐਕਸੀਡੈਂਟ ਤੋਂ ਵੀ ਬਚੋਗੇ। ਔਰ ਇਸ ਦਾ ਵੀ 80 ਯੂਰੋ ਜੁਰਮਾਨਾ ਹੈ ਜਿਹੜਾ ਤੁਹਾਨੂੰ ਏਜੰਟ ਕਰ ਸਕਦਾ ਹੈ। ਤੀਸਰੇ ਨੰਬਰ 'ਤੇ ਬਗੈਰ ਜੁੱਤੀਆਂ ਤੋਂ ਡਰਾਈਵਿੰਗ ਕਰਨਾ। ਗਰਮੀਆਂ ਵਿੱਚ ਤੁਸੀਂ ਆਮ ਬੰਦਿਆਂ ਨੂੰ ਬਗੈਰ ਜੁੱਤੀਆਂ ਤੋਂ ਡਰਾਈਵਿੰਗ ਕਰਦਿਆਂ ਦੇਖ ਸਕਦੇ ਹੋ। ਇਹ ਸਪੇਨ ਦੇ ਕਾਨੂੰਨ ਦੀ ਵਾਇਲੇਸ਼ਨ ਹੈ, ਜਿਹਦੇ ਵਿੱਚ ਸਪੇਨ ਦਾ ਕਾਨੂੰਨ ਇਹਦੇ ਵਿੱਚ ਬੜਾ ਕਲੀਅਰ ਹੈ ਕਿ ਡਰਾਈਵਰ ਹਰ ਵਕਤ ਗੱਡੀ ਨੂੰ ਕੰਟਰੋਲ ਕਰਨ ਦੇ ਕਾਬਲ ਹੋਣਾ ਚਾਹੀਦਾ ਹੈ। ਅਤੇ ਅਗਰ ਤੁਸੀਂ ਬਗੈਰ ਜੁੱਤੀਆਂ ਤੋਂ ਗੱਡੀ ਚਲਾਓਗੇ ਤਾਂ ਇਸਦੀ ਕੋਈ ਗਰੰਟੀ ਨਹੀਂ ਹੈ ਕਿ ਤੁਸੀਂ ਗੱਡੀ ਨੂੰ ਕੰਟਰੋਲ ਕਰ ਸਕੋ। ਨਾ ਸਿਰਫ ਤੁਸੀਂ ਆਪਣੀ ਜਾਨ ਨੂੰ ਖਤਰੇ 'ਚ ਪਾਉਂਦੇ ਹੋ, ਬਲਕਿ ਤੁਸੀਂ ਜਿਹੜੇ ਦੂਸਰੇ ਵੀ ਰੋਡ 'ਤੇ ਦੂਸਰੇ ਲੋਕ ਡਰਾਈਵਿੰਗ ਕਰ ਰਹੇ ਨੇ ਉਹਨਾਂ ਦੀ ਜਾਨ ਨੂੰ ਵੀ ਖਤਰੇ 'ਚ ਪਾਉਂਦੇ ਹੋ। ਇਸ ਵਾਸਤੇ ਇਹਦੇ ਉੱਤੇ ਵੀ 80 ਯੂਰੋ ਜੁਰਮਾਨਾ ਹੈ। ਔਰ ਬਗੈਰ ਸ਼ਰਟ ਤੋਂ ਡਰਾਈਵਿੰਗ ਕਰਨਾ ਵੀ ਗਰਮੀਆਂ ਵਿੱਚ ਤਕਰੀਬਨ ਆਮ ਹੁੰਦਾ ਹੈ। ਖਾਸ ਕਰਕੇ ਗਰਮੀਆਂ ਦੇ ਸੀਜ਼ਨ ਵਿੱਚ ਉਸਨੂੰ ਬਿਲਕੁਲ ਰਿਕਮੈਂਡ ਨਹੀਂ ਕੀਤਾ ਜਾਂਦਾ। ਹੁਣ ਨਾਰਮਲ ਟ੍ਰੈਫਿਕ ਕਵਾਨੀਨ ਦੇ ਮੁਤਾਬਕ ਇਹ ਸਪੈਸ਼ਲੀ ਬਿਆਨ ਤਾਂ ਨਹੀਂ ਕੀਤਾ ਗਿਆ ਕਿ ਇਸ ਦੀ ਕੋਈ ਸਜ਼ਾ ਹੈ ਲੇਕਿਨ ਦੂਸਰੇ ਕਈ ਕਾਨੂੰਨ ਨੇ ਉਹਨਾਂ ਦੀ ਬੇਸ ਉੱਤੇ ਸਜ਼ਾ ਦਿੱਤੀ ਜਾ ਸਕਦੀ ਹੈ। ਮਿਸਾਲ ਦੇ ਤੌਰ 'ਤੇ ਸੀਟ ਬੈਲਟ ਦੀ ਡਿਸਟਰੈਕਸ਼ਨ ਹੁੰਦੀ ਹੈ, ਕਿਉਂਕਿ ਜਦੋਂ ਬੰਦਾ ਸ਼ਰਟ ਤੋਂ ਬਗੈਰ ਹੁੰਦਾ ਤਾਂ ਸੀਟ ਬੈਲਟ ਉਸ ਤਰ੍ਹਾਂ ਕੰਮ ਨਹੀਂ ਕਰਦੀ, ਉਸ ਦੀ ਵਜ੍ਹਾ ਤੋਂ ਵੀ ਡਿਸਟਰੈਕਸ਼ਨ ਹੁੰਦੀ ਹੈ ਔਰ ਜਿਹੜਾ ਖਤਰੇ ਦਾ ਬਾਇਸ ਬਣਦੀ ਹੈ। ਸੋ ਇਹਦੀ ਬੁਨਿਆਦ ਉੱਤੇ ਵੀ 80 ਯੂਰੋ ਇਹਦਾ ਜੁਰਮਾਨਾ ਕੀਤਾ ਜਾਂਦਾ ਹੈ। ਜੇ ਗਾੜੀ ਦੀ ਵਿੰਡੋ ਵਿੱਚ ਕੋਨੀ ਰੱਖਣਾ, ਇਹ ਸਾਲਾਂ ਤੋਂ ਤਰੀਕਾ ਆਮ ਚੱਲਦਾ ਆ ਰਿਹਾ, ਕਿਉਂਕਿ ਇਸ ਤੋਂ ਪਹਿਲੇ ਗੱਡੀਆਂ 'ਚ ਏਅਰ ਕੰਡੀਸ਼ਨ ਨਹੀਂ ਸੀ ਹੁੰਦਾ ਅਤੇ ਲੋਕ ਜਾਂ ਸ਼ੀਸ਼ਾ ਥੱਲੇ ਕਰਕੇ ਜਾਂ ਬਾਜ਼ੂ ਵਿੰਡੋ 'ਚ ਰੱਖ ਕੇ ਗਰਮੀ ਦੂਰ ਕਰਨ ਦਾ ਇੱਕ ਤਰੀਕਾ ਸੀ, ਲੇਕਿਨ ਇਹ ਰਵਾਇਤ ਅਜੇ ਤੱਕ ਚੱਲਦੀ ਵੀ ਹੈ। ਨਾਰਮਲੀ ਤੌਰ 'ਤੇ ਇਸ ਦੀ ਇਤਨੀ ਕੋਈ ਵੈਲਿਊ ਤਾਂ ਨਹੀਂ ਹੈ, ਲੇਕਿਨ ਟ੍ਰੈਫਿਕ ਵਾਲੇ ਇਸ ਦੇ ਉੱਤੇ ਵੀ 80 ਯੂਰੋ ਜੁਰਮਾਨਾ ਕਰਦੇ ਨੇ, ਕਿਉਂਕਿ ਉਹ ਸਮਝਿਆ ਜਾਂਦਾ ਕਿ ਜਦੋਂ ਬੰਦਾ ਕੋਨੀ ਰੱਖ ਰਿਹਾ ਹੈ ਵਿੰਡੋ ਵਿੱਚ ਇਹਦਾ ਮਤਲਬ ਹੈ ਕਿ ਉਹਦਾ ਸਟੀਅਰਿੰਗ ਉੱਤੇ ਫੁੱਲ ਕੰਟਰੋਲ ਨਹੀਂ ਹੈ, ਉਹ ਗੱਡੀ ਨੂੰ ਪ੍ਰੋਪਰਲੀ ਕੰਟਰੋਲ ਨਹੀਂ ਕਰ ਰਿਹਾ। ਗਰਮੀਆਂ ਦੇ ਵਿੱਚ ਡਰਾਈਵਿੰਗ ਕਰਦਿਆਂ ਪਾਣੀ ਦੀ ਜ਼ਰੂਰਤ ਵੱਧ ਜਾਂਦੀ ਹੈ, ਲੇਕਿਨ ਅਗਰ ਤੁਸੀਂ ਡਰਾਈਵਿੰਗ ਕਰਦਿਆਂ ਪੀਵੋਗੇ ਤਾਂ ਇਹ ਤੁਹਾਨੂੰ ਬਹੁਤ ਮਹਿੰਗਾ ਪਵੇਗਾ, ਕਿਉਂਕਿ ਡਰਾਈਵਿੰਗ ਕਰਦਿਆਂ ਖਾਣਾ ਖਾਣਾ ਜਾਂ ਕੋਈ ਚੀਜ਼ ਪੀਣਾ ਇਹਦਾ 200 ਯੂਰੋ ਜੁਰਮਾਨਾ ਹੈ ਔਰ ਇਹਦੇ 'ਤੇ 2 ਪੁਆਇੰਟ ਡਰਾਈਵਿੰਗ ਲਾਇਸੈਂਸ ਤੋਂ ਵੀ ਕੱਟ ਲੈਂਦੇ ਨੇ। ਗਰਮੀਆਂ ਦੇ ਵਿੱਚ ਲੋਕ ਜ਼ਿਆਦਾ ਸਫ਼ਰ ਕਰਦੇ ਨੇ,
ਔਰ ਨਾਲ ਆਪਣਾ ਸਮਾਨ ਵੀ ਲੈ ਕੇ ਜਾਂਦੇ ਨੇ। ਅਗਰ ਅੱਛੇ ਤਰੀਕੇ ਨਾਲ ਆਰਗੇਨਾਈਜ਼ ਤਰੀਕੇ ਨਾਲ ਸਮਾਨ ਡਿੱਗੀ 'ਚ ਨਾ ਰੱਖਿਆ ਹੋਵੇ ਤੇ ਉਸ ਦਾ ਵੀ 500 ਯੂਰੋ ਜੁਰਮਾਨਾ ਤੇ 4 ਪੁਆਇੰਟ ਲਾਇਸੈਂਸ 'ਚੋਂ ਕੱਟ ਲੈਂਦੇ ਨੇ ਹੈ। ਇਹਦੀ ਵਜ੍ਹਾ ਇਹ ਵੇ ਕਿ ਕਿਸੇ ਵੀ ਐਕਸੀਡੈਂਟ ਦੀ ਸੂਰਤ 'ਚ ਅਗਰ ਸਮਾਨ ਅੱਛੇ ਤਰੀਕੇ ਨਾਲ ਆਰਗੇਨਾਈਜ਼ ਨਹੀਂ ਹੋਵੇਗਾ ਤੇ ਉਹ ਅਗਲੀਆਂ ਸੀਟਾਂ 'ਤੇ ਚਲਾ ਜਾਏਗਾ ਔਰ ਨਾ ਸਿਰਫ ਡਰਾਈਵਰ ਵਾਸਤੇ ਖਤਰੇ ਦਾ ਬਾਇਸ ਬਣੇਗਾ, ਬਲਕਿ ਜਿਹੜੇ ਲੋਕ ਪਿੱਛੇ ਸੀਟਾਂ ਦੇ ਨਾਲ ਬੈਠੇ ਨੇ ਉਹਨਾਂ ਵਾਸਤੇ ਵੀ ਇਹ ਬਹੁਤ ਵੱਡਾ ਖਤਰਾ ਬਣੇਗਾ। ਗਰਮੀਆਂ ਦੇ ਵਿੱਚ ਟੂਰਿਸਟ ਦਾ ਹਾਈ ਸੀਜ਼ਨ ਹੁੰਦਾ ਹੈ ਔਰ ਇਹਦੀ ਵਜ੍ਹਾ ਤੋਂ ਪਾਰਕਿੰਗ ਲੱਭਣਾ ਵੀ ਬਹੁਤ ਵੱਡਾ ਮਸਲਾ ਬਣ ਜਾਂਦਾ। ਕਈ ਦਫਾ 2-2 ਘੰਟੇ ਬਾਅਦ ਵੀ ਪਾਰਕਿੰਗ ਨਹੀਂ ਲੱਭਦੀ ਹੈ ਤੇ ਫਿਰ ਬੰਦੇ ਗਲਤ ਜਗ੍ਹਾ 'ਤੇ ਪਾਰਕਿੰਗ ਕਰ ਸਕਦੇ ਨੇ ਜਾਂ ਗਲਤ ਤਰੀਕੇ ਨਾਲ ਗੱਡੀ ਪਾਰਕ ਕਰ ਸਕਦੇ ਨੇ ਹੈ। ਔਰ ਇਸ ਦੀ ਵਜ੍ਹਾ ਤੋਂ ਇਹਦਾ ਵੀ ਜੁਰਮਾਨਾ ਜਿਹੜਾ ਹੈ ਉਹ ਤਕਰੀਬਨ 200 ਯੂਰੋ ਤੱਕ ਡਿਪੈਂਡ ਕਰਦਾ ਸਿਚੁਏਸ਼ਨ 'ਤੇ ਜੁਰਮਾਨਾ ਕਰ ਸਕਦੇ ਨੇ ਹੈ। ਗਰਮੀਆਂ ਦਾ ਮੌਸਮ ਤੇ ਹਰ ਚੀਜ਼ ਦੀ ਜ਼ਿਆਦਤੀ ਲੈ ਕੇ ਆਉਂਦਾ ਹੈ। ਉਸ ਦੇ ਉੱਤੇ ਡਰਾਈਵਰਾਂ ਦਾ ਵੀ ਗੈਰ ਜ਼ਿੰਮੇਦਾਰਾਨਾ ਐਕਸ਼ਨ ਜਿਹੜੇ ਨੇ ਉਹ ਵੀ ਬਹੁਤ ਆਮ ਹੋ ਜਾਂਦੇ ਨੇ ਹੈ ਤੇ ਡਰਾਈਵਰ ਵੀ ਅਲਕੋਹਲ ਪੀ ਕੇ ਜਾਂ ਡਰੱਗਸ ਲੈ ਕੇ ਆਮ ਗੱਡੀ ਚਲਾਉਣਾ ਸ਼ੁਰੂ ਕਰ ਦਿੰਦੇ ਨੇ ਹੈ। ਹੁਣ ਡਿਪੈਂਡ ਕਰਦਾ ਵਾਇਲੇਸ਼ਨ ਕਿਹੜੀ ਹੈ, ਉਸ ਦੇ ਹਿਸਾਬ ਨਾਲ 1000 ਯੂਰੋ ਮੈਕਸੀਮਮ ਤੱਕ ਔਰ ਜੁਰਮਾਨਾ ਔਰ ਇਸ ਤੋਂ ਇਲਾਵਾ 6 ਪੁਆਇੰਟ ਵੀ ਡਰਾਈਵਿੰਗ ਲਾਇਸੈਂਸ 'ਚੋਂ ਕੱਟੇ ਜਾਂਦੇ ਨੇ। ਡਿਪੈਂਡ ਕਰਦਾ ਕਿਤਨੀ ਸਿਚੁਏਸ਼ਨ ਹੈ, ਕਿਉਂਕਿ ਅਲਕੋਹਲ ਦੀ ਵੀ ਇਹਨਾਂ ਨੇ ਇੱਕ ਲਿਮਿਟ ਰੱਖੀ ਹੈ। ਉਸ ਲਿਮਿਟ ਦੇ ਉੱਤੇ ਅਗਰ ਇਹ ਫੜੇ ਜਾਣਗੇ ਤਾਂ ਉਸ ਦਾ ਵੀ ਜੁਰਮਾਨਾ ਹੋਵੇਗਾ। ਇਹ ਡਿਪੈਂਡ ਕਰਦਾ ਸਿਚੁਏਸ਼ਨ 'ਤੇ। ਅਪਰੋਕਸੀਮੇਟਲੀ 1000 ਯੂਰੋ ਤੱਕ ਵੀ ਇਹਦਾ ਜੁਰਮਾਨਾ ਹੈ ਵੇ। ਸਿਗਰਟ ਕਾਰ ਵਿੱਚੋਂ ਬਾਹਰ ਸੱਟਣਾ ਇਹ ਨਾ ਸਿਰਫ ਸਾਈਕਲ ਜਿਹੜੇ ਲੋਕ ਚਲਾ ਰਹੇ ਨੇ ਜਾਂ ਮੋਟਰਸਾਈਕਲ ਚਲਾ ਰਹੇ ਨੇ ਉਹਨਾਂ ਵਾਸਤੇ ਖਤਰਾ ਹੈ, ਬਲਕਿ ਦੂਸਰੀਆਂ ਗੱਡੀਆਂ ਵਾਸਤੇ ਵੀ ਬਹੁਤ ਵੱਡਾ ਖਤਰਾ ਹੈ। ਇਸ ਵਾਸਤੇ ਇਹਦੇ 'ਤੇ ਵੀ 200 ਯੂਰੋ ਜੁਰਮਾਨਾ ਕੀਤਾ ਜਾਂਦਾ ਹੈ ਔਰ 4 ਪੁਆਇੰਟ ਕੱਟੇ ਜਾਂਦੇ ਨੇ ਹੈ। ਇਸ ਤੋਂ ਇਲਾਵਾ ਅਗਰ ਤੁਸੀਂ ਸ਼ਹਿਰ ਤੋਂ ਬਾਹਰ ਹੋ ਔਰ ਕਿਸੇ ਜੰਗਲ ਦੇ ਕੋਲੋਂ ਗੁਜ਼ਰ ਰਹੇ ਹੋ, ਤੁਸੀਂ ਉੱਥੇ ਸਿਗਰਟ ਬਾਹਰ ਸੱਟ ਦਿੰਦੇ ਹੋ ਔਰ ਉਸ ਦੀ ਵਜ੍ਹਾ ਤੋਂ ਅੱਗ ਲੱਗ ਜਾਂਦੀ ਹੈ ਅਤੇ ਉਹਦੀ ਸਜ਼ਾ 6 ਸਾਲ ਜੇਲ੍ਹ ਹੈ। ਡਿਪੈਂਡਿੰਗ ਜਿਹੜੀ ਉਸ ਅੱਗ ਦੀ ਕੰਡੀਸ਼ਨ 'ਤੇ ਕਿਤਨੀ ਫੈਲਦੀ ਹੈ। ਇਸ ਗੱਲੇ ਇਹੋ ਜਿਹੇ ਕੰਮ ਬੜੇ ਸੋਚ ਸਮਝ ਕੇ ਕੀਤੇ ਜਾਣੇ ਚਾਹੀਦੇ ਨੇ। ਬਾਕੀ ਜੀਂਦੇ ਵਸਦੇ ਰਹੋ, ਆਬਾਦ ਰਹੋ, ਰੱਬ ਸਭ ਨੂੰ ਸੌਖਾ ਰੱਖੇ। ਅੱਲਾ ਹਾਫਿਜ਼।